ਸ਼੍ਰੀ ਅਕਾਲ ਬੱਚਿਓ, ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਲੋਕਡਾਊਨ ਲੱਗਿਆ ਹੋਇਆ ਅੱਜ ਕੱਲ ਔਰ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਹੋ, ਤਾਂ ਘਰਾਂ ਦੇ ਵਿੱਚ ਰਹੋ, ਸੁਰੱਖਿਅਤ ਰਹੋ। ਅੱਜ ਅਸੀਂ 12ਵੀਂ ਜਮਾਤ ਦੀ ਕਿਤਾਬ ਆਧੁਨਿਕ ਗਦ ਰਤਨਾਕਰ ਦਾ ਅਧਿਐਨ ਕਰਾਂਗੇ। ਆਧੁਨਿਕ ਗਦ ਰਤਨਾਕਰ ਦੇ ਵਿੱਚ ਅਸੀਂ ਵਾਰਤਕ ਦਾ ਅਧਿਐਨ ਕਰਨਾ ਹੈ ਔਰ ਇਹ ਕਿਤਾਬ ਜਿਹੜੀ ਹੈ ਉਹ ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਛਾਪੀ ਗਈ ਹੈ ਔਰ ਇਸ ਦੇ ਜੋ ਸੰਪਾਦਕ ਹਨ ਉਹ ਪ੍ਰੋਫੈਸਰ ਪ੍ਰਿਤਪਾਲ ਸਿੰਘ ਨੇ। ਸਭ ਤੋਂ ਪਹਿਲਾਂ ਇਸ ਕਿਤਾਬ ਦੀ ਜੋ ਆਦਿਕਾ ਹੈ ਉਹਦੇ ਵਿੱਚ ਦੱਸਿਆ ਗਿਆ ਕਿ ਗਦ ਸ਼ੈਲੀ ਤੇ ਪੰਜਾਬੀ ਗਦ ਦਾ ਵਿਕਾਸ ਕਿਵੇਂ ਹੋਇਆ ਹੈ, ਇਸ ਬਾਰੇ ਉਹਨਾਂ ਨੇ ਚਾਨਣਾ ਪਾਇਆ ਹੈ। ਤਾਂ ਸ਼ੁਰੂ ਦੇ ਵਿੱਚ ਉਹ ਦੱਸਦੇ ਨੇ ਕਿ ਭਾਰਤ ਦੀ ਪ੍ਰਾਚੀਨ ਚਿੰਤਨ ਪ੍ਰਣਾਲੀ ਅਨੁਸਾਰ ਸਾਹਿਤ ਨੂੰ ਦ੍ਰਿਸ਼ ਤੇ ਸ਼ਰਵ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ ਹੈ। ਪਹਿਲਾ ਹੈ ਦ੍ਰਿਸ਼, ਦੇਖਣ ਯੋਗ, ਦ੍ਰਿਸ਼ ਤੋਂ ਭਾਵ ਜਿਹੜੀਆਂ ਚੀਜ਼ਾਂ ਨੂੰ ਅਸੀਂ ਦੇਖ ਸਕਦੇ ਹਾਂ। ਦੂਸਰਾ ਹੈ ਸ਼ਰਵ, ਜਿਨ੍ਹਾਂ ਨੂੰ ਅਸੀਂ ਕੰਨਾਂ ਰਾਹੀਂ ਸੁਣ ਸਕਦੇ ਹਾਂ। ਉਹਨਾਂ ਦਿਨਾਂ ਵਿੱਚ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਸਾਹਿਤ ਦੀ ਗੱਲ ਕਰਦੇ ਹਾਂ ਤਾਂ ਲੋਕਾਂ ਤੱਕ ਜਿਹੜਾ ਸਾਹਿਤ ਪਹੁੰਚਦਾ ਸੀ ਉਹ ਸੁਣ ਕੇ ਜਾਂ ਮੰਚ ਪ੍ਰਦਰਸ਼ਨ, ਮਤਲਬ ਕਿ ਸਟੇਜ ਦੇ ਉੱਤੇ ਉਸ ਨੂੰ ਅਭਿਨੈ ਕੀਤਾ ਜਾਂਦਾ ਸੀ, ਐਕਟਿੰਗ ਕੀਤੀ ਜਾਂਦੀ ਸੀ, ਉਸ ਨੂੰ ਲੋਕ ਦੇਖ ਕੇ ਸਾਹਿਤ ਦਾ ਜੋ ਆਨੰਦ ਮਾਣਦੇ ਸਨ। ਇਹ ਸਾਰੀ ਸਿਰਜਣਾ ਆਮ ਤੌਰ ਤੇ ਛੰਦਬੱਧੀ ਦੇ ਰੂਪ ਵਿੱਚ ਹੁੰਦੀ ਸੀ, ਕਵਿਤਾ ਦੇ ਰੂਪ ਵਿੱਚ ਹੁੰਦੀ ਸੀ। ਭਾਵ ਕਿ ਜੇਕਰ ਤੁਸੀਂ ਕੋਈ ਪੁਰਾਣਾ ਨਾਟਕ ਚੱਕ ਕੇ ਵੇਖੋਗੇ, ਸੁਣੋਗੇ, ਪੜ੍ਹੋਗੇ ਤਾਂ ਉਹਦੇ ਵਿੱਚ ਤੁਹਾਨੂੰ ਅੱਜ ਕੱਲ੍ਹ ਦੀਆਂ ਫਿਲਮਾਂ ਜਾਂ ਨਾਟਕਾਂ ਵਾਂਗੂ ਸਧਾਰਨ ਗੱਲਬਾਤ ਨਹੀਂ ਮਿਲੇਗੀ। ਉਹਦੇ ਵਿੱਚ ਤੁਹਾਨੂੰ ਕਵਿਤਾ ਰੂਪ ਦੇ ਵਿੱਚ ਜੋ ਵੀ ਪਾਤਰ ਗੱਲ ਕਰਨਗੇ ਉਹ ਕਵਿਤਾ ਦੇ ਵਿੱਚ ਗੱਲ ਕਰਨਗੇ। ਉਸ ਯੁੱਗ ਵਿੱਚ ਕਵਿਤਾ ਹੀ ਪ੍ਰਧਾਨ ਸੀ, ਭਾਵ ਕਵਿਤਾ ਹੀ ਉਸ ਯੁੱਗ ਦੇ ਵਿੱਚ ਮੇਨ ਜੋ ਮੁੱਖ ਸਾਹਿਤ ਮੰਨਿਆ ਜਾਂਦਾ ਸੀ। ਕਵਿਤਾ ਨੂੰ ਹੀ ਸੁਣ ਕੇ ਮਨੁੱਖ ਆਨੰਦ ਮਾਣਦਾ ਸੀ। ਉਦੋਂ ਸਾਹਿਤ ਨਾਲੋਂ ਕਵਿਤਾ ਦਾ ਤੇ ਸਾਹਿਤਕਾਰ ਨਾਲੋਂ ਕਵੀਆਂ ਦਾ ਜ਼ਿਕਰ ਵਧੇਰੇ ਹੁੰਦਾ ਹੈ। ਅਸਲ ਵਿੱਚ ਦੁਨੀਆ ਦੀਆਂ ਜਿੰਨੀਆਂ ਵੀ ਪੁਰਾਣੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਜੋ ਪਹਿਲਾ ਜਾਂ ਸ਼ੁਰੂਆਤੀ ਸਾਹਿਤ ਜੋ ਵਿਕਾਸ ਕਰਦਾ ਹੈ ਉਹ ਕਾਵਿ ਰੂਪ ਦੇ ਵਿੱਚ ਹੀ ਕਰਦਾ ਹੈ। ਚਾਹੇ ਉਹ ਤੁਸੀਂ ਪੁਰਾਣੀ ਯੂਨਾਨੀ ਸਾਹਿਤ ਲੈ ਲਓ ਜਾਂ ਲੈਟਿਨ ਸਾਹਿਤ ਲੈ ਲਓ ਜਾਂ ਸੰਸਕ੍ਰਿਤ ਸਾਹਿਤ ਲੈ ਲਓ, ਤੁਸੀਂ ਜਿਹੜੀਆਂ ਉਹਨਾਂ ਦੀਆਂ ਪੁਰਾਣੇ ਜੋ ਵੀ ਗ੍ਰੰਥ ਮਿਲਣਗੇ, ਪੁਰਾਣੇ ਨਾਟਕ ਮਿਲਣਗੇ, ਪੁਰਾਣਾ ਜੋ ਵੀ ਸਾਹਿਤ ਮਿਲੇਗਾ ਉਹ ਕਾਵਿ ਰੂਪ ਦੇ ਵਿੱਚ ਹੀ ਮਿਲੇਗਾ। ਪਦਾਵਲੀ ਜਾਂ ਛੰਦ ਦੇ ਵਿੱਚ ਕਵਿਤਾ ਰਚਨੀ ਤੇ ਉਸਨੂੰ ਉੱਚੇ ਸੁਰ ਦੇ ਵਿੱਚ ਗਾ ਕੇ ਸਰੋਤਿਆਂ ਤੱਕ ਪਹੁੰਚਾਉਣਾ ਸੰਸਕ੍ਰਿਤਿਕ ਕਾਰਜ ਮੰਨਿਆ ਜਾਂਦਾ ਸੀ। ਉਦੋਂ ਤੋਂ ਹੀ ਕਵਿਤਾ ਔਰ ਸਾਹਿਤ ਇੱਕ ਦੂਜੇ ਦੇ ਪਰਿਆਇਵਾਚੀ ਮੰਨੇ ਜਾਂਦੇ ਸੀ। ਮਤਲਬ ਜੇਕਰ ਤੁਸੀਂ ਕਹਿ ਦਿਓ ਕਿ ਕਵਿਤਾ ਹੈ ਉਸੇ ਨੂੰ ਸਾਹਿਤ ਕਿਹਾ ਜਾਂਦਾ ਸੀ ਔਰ ਜੋ ਸਾਹਿਤ ਹੈ ਉਸੇ ਨੂੰ ਹੀ ਕਵਿਤਾ ਕਹਿ ਲਿਆ ਜਾਂਦਾ ਸੀ। ਇੱਕ ਦੂਜੇ ਨੂੰ ਅਸੀਂ ਅਲੱਗ ਨਹੀਂ ਕਰ ਸਕਦੇ ਸੀ ਕਿ ਅੱਜ ਜੇ ਅਸੀਂ ਗੱਲ ਕਰੀਏ ਤਾਂ ਕਵਿਤਾ ਇੱਕ ਸਾਹਿਤ ਦਾ ਇੱਕ ਹਿੱਸਾ ਹੈ। ਉਹਨਾਂ ਦਿਨਾਂ ਦੇ ਵਿੱਚ ਕਵਿਤਾ ਪੂਰੇ ਦਾ ਪੂਰਾ ਸਾਹਿਤ ਹੀ ਇਹ ਮੰਨਿਆ ਜਾਂਦਾ ਕਿ ਜੋ ਕਵਿਤਾ ਹੈ ਉਹੀ ਸਾਹਿਤ ਹੈ, ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਸਾਹਿਤ ਨਹੀਂ ਹਨ। ਵਿਸ਼ੇਸ਼ ਕਰਕੇ ਤੁਸੀਂ ਇਹ ਜਿਹੜੀ ਵਿਰਤੀ ਹੈ ਇਹ ਤੁਸੀਂ ਪੁਰਾਣੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਪੁਰਾਣੇ ਜ਼ਮਾਨੇ ਦੇ ਵਿੱਚ ਲਿਖਣ ਦਾ ਜਿਹੜਾ ਸੰਕਲਪ ਨਹੀਂ ਸੀ, ਲਿਖਣ ਦੀ ਸ਼ੈਲੀ ਜਾਂ ਉਹ ਉਪਲਬਧ ਨਹੀਂ ਸੀ। ਕਵਿਤਾ ਨੂੰ ਸਿਰਫ ਗਾ ਕੇ ਜਾਂ ਉਹਨੂੰ ਯਾਦ ਕਰਕੇ ਹੀ ਸਰੋਤਿਆਂ ਤੱਕ ਪਹੁੰਚਾਇਆ ਜਾਂਦਾ ਸੀ। ਕਵਿਤਾ ਦੇ ਪ੍ਰਧਾਨ ਹੋਣ ਦਾ ਇਹ ਵੀ ਇੱਕ ਕਾਰਨ ਸੀ ਕਿ ਛੰਦ ਹੋਣ ਕਰਕੇ ਇਸ ਨੂੰ ਯਾਦ ਕਰਨਾ ਬੇਹੱਦ ਸੌਖਾ ਸੀ ਔਰ ਇੱਕ ਮਨੁੱਖ ਤੋਂ ਦੂਜੀ ਮਨੁੱਖ ਤੱਕ, ਇੱਕ ਨਸਲ ਤੋਂ ਦੂਜੀ ਨਸਲ ਤੱਕ, ਇੱਕ ਪੀੜ੍ਹੀ ਤੋਂ ਦੂਸਰੀ ਪੀੜ੍ਹੀ ਤੱਕ ਇਹ ਆਸਾਨੀ ਨਾਲ ਯਾਦ ਕਰਕੇ ਪਹੁੰਚ ਜਾਂਦੀ ਸੀ ਔਰ ਵਿਰਸੇ ਨੂੰ ਇਸ ਨੂੰ ਸੰਭਾਲ ਲਿਆ ਜਾਂਦਾ ਸੀ। ਸਾਹਿਤ ਨੂੰ ਉਦੋਂ ਕਿਉਂਕਿ ਕੇਵਲ ਸੁਣ ਕੇ ਹੀ ਮਾਣਿਆ ਜਾ ਸਕਦਾ ਸੀ, ਇਸ ਕਰਕੇ ਕਵਿਤਾ ਜੋ ਸੀ ਉਹਦੇ ਵਿੱਚ ਛੰਦ ਬਹੁਤ ਉਹਦਾ ਮੁੱਖ ਹਿੱਸਾ ਸੀ। ਕੋਈ ਵੀ ਕਵੀ ਬਿਨਾਂ ਕਿਸੇ ਛੰਦ ਦੇ, ਬਿਨਾਂ ਛੰਦਾਬੱਦੀ ਦੇ ਕਵਿਤਾ ਨਹੀਂ ਸਿੱਖ ਸਕਦਾ ਸੀ, ਨਹੀਂ ਲਿਖ ਸਕਦਾ ਸੀ ਜਾਂ ਮੰਨਿਆ ਹੀ ਨਹੀਂ ਜਾਂਦਾ ਸੀ ਕਿ ਉਹ ਕਵਿਤਾ ਹੈ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਅਗਰ ਕੋਈ ਕਵੀ ਜਾਂ ਕੋਈ ਗੀਤਕਾਰੀ ਜਾਂ ਕੋਈ ਪ੍ਰਗੀਤ ਜਾਂ ਕੋਈ ਹੋਰ ਕਾਵ ਸਾਹਿਤ ਰੂਪ ਲਿਖਦਾ ਸੀ ਤਾਂ ਉਸ ਦੀ ਬਕਾਇਦਾ ਇੱਕ ਟ੍ਰੇਨਿੰਗ ਹੁੰਦੀ ਸੀ। ਉਸ ਨੂੰ ਗੁਰੂ ਦੇ ਕੋਲ ਰਹਿ ਕੇ ਹੀ ਕਵਿਤਾ ਜਿਹੜੀ ਹੈ ਉਹ ਲਿਖਣੀ ਜਾਂ ਬੋਲਣੀ ਸਿੱਖਣੀ ਪੈਂਦੀ ਸੀ। ਅੱਗੇ ਆਦਿਕਾ ਦੇ ਵਿੱਚ ਇਹ ਦੱਸਿਆ ਗਿਆ ਕਿ ਜੋ ਸਾਹਿਤ ਦਾ ਜੋ ਮੁੱਢਲਾ ਕਾਲ ਹੈ ਉਹ ਚਾਹੇ ਭਾਰਤ ਹੋਵੇ ਚਾਹੇ ਹੋਰ ਦੇਸ਼ਾਂ ਦੇ ਵਿੱਚ ਹੋਵੇ, ਉੱਤਮ ਸਾਹਿਤਿਕ ਰਚਨਾ ਵਜੂਦ ਵਿੱਚ ਆਈਆਂ ਜੋ ਕਿ ਸਾਡੇ ਤੱਕ
ਮੂੰਹੋਂ ਮੂੰਹ ਹੀ ਪਹੁੰਚੀਆਂ, ਔਰ ਉਹਨਾਂ ਦੇ ਵਿੱਚੋਂ ਕੁਝ ਦੰਤ ਕਥਾਵਾਂ, ਕੁਝ ਸਿਮਰਤੀਆਂ ਦੇ ਰੂਪ ਵਿੱਚ ਸਾਡੇ ਤੱਕ ਪਹੁੰਚੀਆਂ, ਜਾਂ ਕੁਝ ਖਤਮ ਹੋ ਗਈਆਂ ਜਿਨ੍ਹਾਂ ਨੂੰ ਨਹੀਂ ਸੰਭਾਲਿਆ ਜਾ ਸਕਿਆ। ਤਾਂ ਇਹਦਾ ਇੱਕ ਵੱਡਾ ਕਾਰਨ ਇਹ ਸੀ ਕਿ ਉਹਨਾਂ ਦਾ ਜਿਹੜਾ ਲਿਖਿਤ ਰੂਪ ਸੀ ਉਹ ਸਾਡੇ ਤੱਕ ਪਹੁੰਚ ਨਹੀਂ ਸਕਿਆ, ਜਾਂ ਉਹ ਸਮੇਂ ਦੇ ਦੌਰਾਨ ਉਹ ਲਿਖਿਤ ਰੂਪ ਹੈ ਜਿਹੜਾ ਉਹ ਖਰਾਬ ਹੋ ਗਿਆ। ਤਾਂ ਹੌਲੀ ਹੌਲੀ ਤਰੱਕੀ ਹੁੰਦੀ ਗਈ, ਸੱਭਿਅਤਾਵਾਂ ਜਿਹੜੀਆਂ ਉਹ ਵੱਧਦੀਆਂ ਗਈਆਂ, ਬਹੁਤ ਸਾਰੀਆਂ ਸੱਭਿਅਤਾਵਾਂ ਇਸ ਧਰਤੀ ਦੇ ਉੱਤੇ ਪੈਦਾ ਹੋਈਆਂ, ਬਹੁਤ ਸਾਰੀਆਂ ਸੱਭਿਅਤਾਵਾਂ ਇਸ ਧਰਤੀ ਦੇ ਉੱਤੇ ਖਤਮ ਹੋਈਆਂ। ਜਿਹੜੇ ਕੰਮ ਕਰਨੇ ਔਖੇ ਸੀ ਉਹਨਾਂ ਦੇ ਵਿੱਚ ਤਕਨੀਕ ਔਰ ਟੈਕਨੋਲੋਜੀ, ਸਾਇੰਸ ਦਾ ਪ੍ਰਯੋਗ ਹੁੰਦਾ ਗਿਆ, ਔਰ ਹੌਲੀ ਹੌਲੀ ਸਾਹਿਤ ਦੇ ਵਿੱਚ ਵੀ ਤਕਨੀਕੀ ਗਿਆਨ ਦੀ ਜ਼ਰੂਰਤ ਜਾਂ ਲੋੜ ਮਹਿਸੂਸ ਹੁੰਦੀ ਗਈ। ਇੱਕ ਸਭ ਤੋਂ ਵੱਡਾ ਜੋ ਬਦਲਾਵ ਜੋ ਵਾਰਤਕ ਦੇ ਵਿਕਾਸ ਦੇ ਤਹਿਤ ਅਸੀਂ ਕਹਿ ਸਕਦੇ ਹਾਂ, ਉਹ 1440 ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ। 1440 ਦੇ ਵਿੱਚ ਜਰਮਨੀ ਦੇ ਇੱਕ ਗੋਲਡ ਸਮਿਥ ਨਾਮ ਦੇ ਬੰਦੇ ਨੇ ਛਾਪੇਖਾਨੇ ਨੂੰ ਇਜਾਦ ਕੀਤਾ, ਖੋਜ ਕੀਤੀ। ਉਸ ਤੋਂ ਪਹਿਲਾਂ ਜਿੰਨੀਆਂ ਵੀ ਕਿਤਾਬਾਂ ਲਿਖੀਆਂ ਜਾਂਦੀਆਂ ਸੀ ਉਹ ਜ਼ਿਆਦਾਤਰ ਹੱਥ ਨਾਲ ਹੀ ਲਿਖੀਆਂ ਜਾਂਦੀਆਂ ਸੀ। ਜਿਹੜੇ ਕੋਈ ਰਾਜੇ ਜਾਂ ਵੱਡੇ ਸਰਪ੍ਰਸਤ ਲੋਕ ਸਨ ਜਿਹੜੇ ਸਾਹਿਤ ਨੂੰ ਪਸੰਦ ਕਰਦੇ ਸਨ, ਉਹਨਾਂ ਨੇ ਕੁਝ ਲਿਖਾਰੀ ਜਿਹੜੇ ਰੱਖੇ ਹੋਏ ਸਨ, ਔਰ ਉਹ ਜਿੰਨੇ ਵੀ ਧਾਰਮਿਕ ਗ੍ਰੰਥ ਜਾਂ ਸਾਹਿਤ ਜਾਂ ਨਾਟਕ, ਉਹਨਾਂ ਦੀਆਂ ਉਹ ਪ੍ਰਤੀਲਿਪੀਆਂ, ਮਤਲਬ ਇੱਕ ਕਿਤਾਬ ਤੋਂ ਦੇਖ ਕੇ ਦੂਸਰੀ ਕਿਤਾਬ ਬਣਾਉਣਾ ਔਰ ਹੱਥ ਨਾਲ ਹੀ ਬਣਾਉਣਾ। ਇਸ ਕੰਮ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਇੱਕ ਲੰਬਾ ਵਕਫਾ ਲੱਗੇਗਾ। ਅਗਰ ਕਿਸੇ ਨਾਟਕ ਦੇ 500, 400, 300, 200 ਪੇਜ ਹਨ ਤਾਂ ਬੜਾ ਦੇਰ ਲੱਗਣੀ ਸੀ, ਔਰ ਇੱਕ ਹੀ ਕਿਤਾਬ ਇੱਕ ਬੰਦਾ ਕਈ ਦਿਨਾਂ ਦੇ ਵਿੱਚ, ਕਈ ਮਹੀਨਿਆਂ ਦੇ ਵਿੱਚ ਹੀ ਲਿਖ ਪਾਉਂਦਾ ਸੀ। ਪਰ ਜਰਮਨੀ ਦੇ ਵਿੱਚ ਛਾਪੇਖਾਨੇ ਦੀ ਖੋਜ ਤੋਂ ਬਾਅਦ ਜਿਹੜਾ ਗਿਆਨ ਦਾ ਜਿਹੜਾ ਪ੍ਰਸਾਰ ਹੈ ਉਹ ਇੱਕਦਮ ਹੀ, ਇੱਕ ਝਟਕੇ ਨਾਲ ਹੀ ਬਹੁਤ ਜ਼ਿਆਦਾ ਵੱਧ ਗਿਆ। ਔਰ ਇੱਕ ਸਮਾਂ ਫਿਰ ਅਜਿਹਾ ਆ ਗਿਆ ਜਦੋਂ ਇਹ ਮੰਨਿਆ ਜਾਣ ਲੱਗ ਗਿਆ ਕਿ ਅਗਰ ਕੋਈ ਲਿਖਿਤ ਦੇ ਵਿੱਚ ਕੋਈ ਸਾਡੇ ਸਾਹਮਣੇ ਕਵਿਤਾ ਹੈ ਜਾਂ ਕੋਈ ਹੋਰ ਕਿਸੇ ਕਿਸਮ ਦੀ ਕਿਤਾਬ ਹੈ, ਉਸੇ ਨੂੰ ਹੀ ਸਾਹਿਤ ਮੰਨਿਆ ਜਾਣ ਲੱਗ ਪਿਆ। ਔਰ ਲਿਖਿਤ ਰੂਪ ਦੇ ਵਿੱਚ ਅਗਰ ਉਹ ਸਾਡੇ ਕੋਲੇ ਹੈ ਤਾਂ ਉਸ ਨੂੰ ਸਾਹਿਤ ਕਿਹਾ ਜਾਣ ਲੱਗ ਪਿਆ। ਔਰ ਬਾਅਦ ਦੇ ਵਿੱਚ ਲੋਕ ਸਾਹਿਤ ਦੇ ਵਿੱਚ ਕੁਝ ਹੋਰ ਜਿਹੜੀਆਂ ਖੋਜਾਂ ਹੋਈਆਂ, ਉਹਨਾਂ ਦੇ ਤਹਿਤ ਲੋਕ ਸਾਹਿਤ ਨੂੰ ਵੀ ਸਾਹਿਤ ਦੇ ਵਿੱਚ ਮੰਨਿਆ ਗਿਆ। ਪਰ ਵਿੱਚ ਦੀ ਇੱਕ ਅਜਿਹਾ ਕਾਲ ਵੀ ਆਇਆ ਜਦੋਂ ਅਸੀਂ ਵੇਖਦੇ ਹਾਂ ਕਿ ਸਿਰਫ ਲਿਖਿਤ ਚੀਜ਼ਾਂ ਨੂੰ ਹੀ ਸਾਹਿਤ ਦੇ ਰੂਪ ਦੇ ਵਿੱਚ ਪਛਾਣ ਮਿਲਣ ਲੱਗ ਪਈ। ਤਾਂ ਇਸ ਦੌਰਾਨ ਕੀ ਹੋਇਆ ਕਿ ਜੋ ਕਵਿਤਾ ਹੈ ਉਹ ਨਿੱਜੀ ਬਲਬਲਿਆਂ ਦੀ ਜਿਹੜੀ ਤਰਜਮਾਨੀ ਕਰਦੀ ਹੈ। ਜੇਕਰ ਤੁਸੀਂ ਬਹੁਤ ਇਮੋਸ਼ਨਲ ਹੋ, ਬਹੁਤ ਜ਼ਿਆਦਾ ਸੰਜੀਦਾ ਹੋ, ਤਾਂ ਕੋਈ ਵੀ ਤੁਸੀਂ ਗੀਤ, ਪ੍ਰਗੀਤ, ਕਵਿਤਾ, ਗਜ਼ਲ ਲਿਖਦੇ ਹੋ, ਤਾਂ ਜਦੋਂ ਗਿਆਨ ਦਾ ਬਹੁਤ ਜ਼ਿਆਦਾ ਪ੍ਰਸਾਰ ਹੋਇਆ ਤਾਂ ਉਹਨਾਂ ਚੀਜ਼ਾਂ ਨੂੰ ਲਿਖਣ ਵਾਸਤੇ ਗਦ ਸ਼ੈਲੀ ਦਾ ਜਿਹੜਾ ਵਿਕਾਸ ਸਾਡੇ ਸਾਹਮਣੇ ਆਉਣ ਲੱਗ ਪਿਆ। ਇਹ ਸਭ ਕਾਸੇ ਦੇ ਸਿੱਟੇ ਵਜੋਂ ਸਾਹਿਤ ਦੇ ਸੁਭਾਅ ਅਤੇ ਸਵਰੂਪ ਦੇ ਵਿੱਚ ਇੱਕ ਤਬਦੀਲੀ ਆਈ। ਛਾਪੇਖਾਨੇ ਦੇ ਆਉਣ ਤੋਂ ਬਾਅਦ ਅਸੀਂ ਵੇਖਦੇ ਹਾਂ ਕਿ ਸਾਹਿਤ ਦਾ ਗਦ ਰੂਪ ਹੈ ਜਿਹੜਾ ਉਹ ਪ੍ਰਧਾਨ ਹੋ ਗਿਆ। ਮਹਾਕਾਵ ਦੀ ਜਗ੍ਹਾ ਨਾਵਲ ਨੇ ਲੈ ਲਈ, ਔਰ ਨਾਟਕ ਦੇ ਪਾਤਰ ਵੀ ਜੋ ਗੱਲਬਾਤ ਕਰਨ ਲਈ ਕਵਿਤਾ ਦੀ ਜਗ੍ਹਾ ਗਦ ਰੂਪ ਦਾ ਪ੍ਰਯੋਗ ਕਰਨ ਲੱਗ ਪਏ। ਉਸ ਦੀ ਜਗ੍ਹਾ ਉਸ ਨੂੰ ਆਮ ਸਧਾਰਨ ਗੱਲਬਾਤ ਦੇ ਵਿੱਚ ਨਾਟਕ ਹੋਣ ਲੱਗ ਪਏ। ਸੰਸਾਰ ਦੀਆਂ ਜਿੰਨੀਆਂ ਵੀ ਸਾਹਿਤਿਕ ਪਰੰਪਰਾਵਾਂ ਨੇ ਉਹਨਾਂ ਦੇ ਅਧਿਐਨ ਤੋਂ ਅਸੀਂ ਸਹਿਜੇ ਹੀ ਇਹ ਪ੍ਰਣਾਮ ਤੇ ਪੁੱਜਦੇ ਹਾਂ ਕਿ ਵਿਅਕਤੀ ਵਿਸ਼ੇਸ਼ ਦੇ ਹਿਰਦੇ ਵਿੱਚ ਕਿਸੇ ਸਾਹਿਤ ਦਾ ਜਿਹੜਾ ਮੁੱਢਲਾ ਸੰਕਲਪ ਹੈ ਉਹ ਕਵਿਤਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਪਰ ਜਿਉਂ-ਜਿਉਂ ਵਿਵੇਕ ਦਾ ਵਿਕਾਸ ਹੁੰਦਾ ਗਿਆ, ਗਿਆਨ ਦੀ ਬੜੋਤਰੀ ਹੁੰਦੀ ਗਈ, ਜਿਉਂ-ਜਿਉਂ ਮਨੁੱਖ ਆਪਣੇ ਆਲੇ ਦੁਆਲੇ ਦੇ ਪ੍ਰਤੀ ਜ਼ਿਆਦਾ ਸੁਹਿਰਦ, ਜ਼ਿਆਦਾ ਬੋਧ ਬਲਵਾਨ ਹੁੰਦਾ ਗਿਆ ਉਸਦਾ, ਤਿਉਂ-ਤਿਉਂ ਵਾਰਤਕ ਹੈ ਜੋ ਕਵਿਤਾ ਨੂੰ ਸਾਹਿਤ ਦੇ ਖੇਤਰ ਦੇ ਵਿੱਚੋਂ ਮਨਫੀ ਕਰਦੀ ਗਈ, ਕੱਢਦੀ ਗਈ। ਔਰ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਜ਼ਿਆਦਾਤਰ ਸਾਹਿਤ ਹੈ, ਬੇਸ਼ੱਕ ਅੱਜ ਵੀ ਕਵਿਤਾ ਉਨੀ ਹੀ ਮਹੱਤਵਪੂਰਨ ਹੈ, ਕਵਿਤਾ ਅੱਜ ਵੀ ਸਾਹਿਤ ਦਾ ਇੱਕ ਬਹੁਤ ਹੀ ਪਿਆਰਾ ਹਿੱਸਾ ਹੈ, ਪਰ ਅੱਜ ਦੇ ਦੌਰ ਦੇ ਵਿੱਚ ਜ਼ਿਆਦਾਤਰ ਸਾਹਿਤ ਰਚਨਾ ਹੈ ਉਹ ਵਾਰਤਕ ਦੇ ਵਿੱਚ, ਗਦ ਦੇ ਵਿੱਚ ਹੁੰਦੀ ਹੈ। ਧੰਨਵਾਦ।